ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦੇ ਵਿੱਚੋਂ 267 ਸਰੂਪ ਜਿਹੜੇ ਨੇ ਉਹ ਗਾਇਬ ਨੇ। ਪਰ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇਹਦੇ ਲਈ ਸਾਡਾ ਇੱਕ ਪਬਲੀਕੇਸ਼ਨ ਡਿਪਾਰਟਮੈਂਟ ਦਾ ਅਧਿਕਾਰੀ ਰਿਟਾਇਰ ਹੋਇਆ ਕਮਲਜੀਤ ਸਿੰਘ, ਉਹ ਜ਼ਿੰਮੇਵਾਰ ਹੈ। ਤੇ ਸਾਨੂੰ ਪਤਾ ਉਦੋਂ ਲੱਗਿਆ ਜਦੋਂ ਉਹਦੀ ਰਿਟਾਇਰਮੈਂਟ ਤੇ ਉਹ ਤੋਂ ਚਾਰਜ ਲਿਆ। ਇਹ ਕੌਮ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਮਾਮਲਾ ਹੈ ਤੇ ਸ਼੍ਰੋਮਣੀ ਕਮੇਟੀ ਇਹਦਾ ਸਪਸ਼ਟ ਰੂਪ ਦੇ ਵਿੱਚ ਸਿੱਖ ਕੌਮ ਨੂੰ ਦੱਸੇ ਕਿ ਮਸਲਾ ਹੈ ਕੀ ਅਸਲ ਵਿੱਚ। ਕੀ ਵਾਕਈ ਜੋ ਕੁਝ ਉਹਦੇ ਵਿੱਚ ਲਿਖਿਆ ਹੈ ਉਹ ਸੱਚਾ ਹੈ? ਮੈਨੂੰ ਇਹ ਲੱਗਦਾ ਕਿ ਇਹ ਪਾਪ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿ ਕੱਲ ਇੱਕ ਆਪਾਂ ਸਵਾਲ ਚੱਕੇ ਸੀ ਜਿਹੜੇ ਪੇਪਰਾਂ ਦੇ ਵਿੱਚ ਛਪੇ, ਜਿਨ੍ਹਾਂ ਦੇ ਵਿੱਚ ਇੱਕ ਬੇਹੱਦ ਗੰਭੀਰ ਤੇ ਮੈਂ ਕਹਿੰਦਾ ਇੱਕ ਬੜੇ ਹੈਰਾਨ ਕਰਨ ਵਾਲੇ ਜਿਹੜੇ ਉਹ ਖਬਰਾਂ ਸੀ। ਜਿਹੜਾ ਇਹ ਖਬਰ ਆਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦੇ ਵਿੱਚੋਂ 267 ਸਰੂਪ ਜਿਹੜੇ ਨੇ ਉਹ ਗਾਇਬ ਨੇ। ਇਹ ਖਬਰਾਂ ਲਾਈਆਂ। ਇਹ ਖਬਰਾਂ ਕਿਵੇਂ ਲੱਗੀਆਂ? ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਹੈ, ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਇੱਕ ਚਿੱਠੀ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹਦੀ ਜਾਂਚ ਮੰਗੀ ਹੈ। ਜੋ ਉਹਨਾਂ ਨੇ ਉਹਦੇ ਵਿੱਚ ਖੁਲਾਸੇ ਕੀਤੇ ਉਹ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੱਲ ਸ਼੍ਰੋਮਣੀ ਕਮੇਟੀ ਨੂੰ ਇਹ ਕਿਹਾ ਸੀ ਕਿ ਸਿੱਧੇ ਮੇਰੇ ਸਵਾਲ ਨੇ। ਇਹ ਕੌਮ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਮਾਮਲਾ ਹੈ ਤੇ ਸ਼੍ਰੋਮਣੀ ਕਮੇਟੀ ਇਹਦਾ ਸਪਸ਼ਟ ਰੂਪ ਦੇ ਵਿੱਚ ਸਿੱਖ ਕੌਮ ਨੂੰ ਦੱਸੇ ਕਿ ਮਸਲਾ ਹੈ ਕੀ ਅਸਲ ਵਿੱਚ। ਕੀ ਵਾਕਈ ਜੋ ਕੁਝ ਉਹਦੇ ਵਿੱਚ ਲਿਖਿਆ ਹੈ ਉਹ ਸੱਚਾ ਹੈ? ਤਾਂ ਸ਼੍ਰੋਮਣੀ ਕਮੇਟੀ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ। ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਉਹਦੇ ਜਵਾਬ ਦਿੱਤੇ। ਪਰ ਜੋ ਕੁਝ ਉਹਦੇ ਵਿੱਚ ਕਿਹਾ ਗਿਆ, ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦਾ ਜਿਹੜਾ ਮੈਂ ਤੱਤ-ਸਾਰ ਕੱਢਿਆ, ਰਿਜ਼ਲਟ ਕੱਢਿਆ, ਮੈਨੂੰ ਇਹ ਲੱਗਦਾ ਕਿ ਇਹ ਪਾਪ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਧਾ ਸੱਚ ਦੱਸਿਆ ਗਿਆ ਹੈ। ਔਰ ਤੁਹਾਨੂੰ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਅੱਧਾ ਸੱਚ ਝੂਠ ਨਾਲੋਂ ਵੀ ਬੜਾ ਮਾੜਾ ਹੁੰਦਾ ਹੈ। ਇਹਨਾਂ ਨੇ ਇੱਕ ਗੱਲ ਐਡਮਿਟ ਕਰ ਲਈ ਕਿ ਹਾਂਜੀ ਸਾਡੇ 267 ਸਰੂਪ ਜਿਹੜੇ ਨੇ ਉਹ ਗਾਇਬ ਨੇ। ਇਹ ਹਿੰਦੁਸਤਾਨ ਟਾਈਮਜ਼ ਦੀ ਅੱਜ ਦੀ ਵੱਡੀ ਸੁਰਖੀ ਹੈ ਇਹਦੇ ਪੇਜ ਦੀ, ਨੈਸ਼ਨਲ ਅਖਬਾਰ ਦੀ, ਕਿ ਸ਼੍ਰੋਮਣੀ ਕਮੇਟੀ ਐਡਮਿਟ ਕਰਦੀ ਆ ਕਿ ਸਾਡੇ 267 ਸਰੂਪ ਜਿਹੜੇ ਨੇ ਉਹ ਜਿਹੜੇ ਗਾਇਬ ਨੇ। ਪਰ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇਹਦੇ ਲਈ ਸਾਡਾ ਇੱਕ ਪਬਲੀਕੇਸ਼ਨ ਡਿਪਾਰਟਮੈਂਟ ਦਾ ਅਧਿਕਾਰੀ ਰਿਟਾਇਰ ਹੋਇਆ ਕਮਲਜੀਤ ਸਿੰਘ, ਉਹ ਜ਼ਿੰਮੇਵਾਰ ਹੈ। ਤੇ ਸਾਨੂੰ ਪਤਾ ਉਦੋਂ ਲੱਗਿਆ ਜਦੋਂ ਉਹਦੀ ਰਿਟਾਇਰਮੈਂਟ ਤੇ ਉਹ ਤੋਂ ਚਾਰਜ ਲਿਆ। ਇਹ ਖਾਲਸਾ ਜੀ ਪੂਰੀ ਤਰ੍ਹਾਂ ਇਹ ਝੂਠ ਹੈ। ਜਿਹੜੇ ਬੰਦੇ ਵੀ ਸ਼੍ਰੋਮਣੀ ਕਮੇਟੀ ਦੇ ਸਿਸਟਮ ਨੂੰ ਜਾਣਦੇ ਨੇ ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਨੇ। ਕੀ ਇਹ ਮੰਨ ਸਕਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ ਇਸ਼ਟ ਤੇ ਉਹਦੀ ਜ਼ਿੰਮੇਵਾਰੀ ਇੱਕ ਕਮਲਜੀਤ ਸਿੰਘ ਨੂੰ ਦਿੱਤੀ ਹੋਈ ਹੈ? ਬਿਲਕੁਲ ਨਹੀਂ ਹੋ ਸਕਦਾ। ਜਦੋਂ ਇਹਨਾਂ ਦੇ ਲੰਗਰਾਂ ਦੇ ਸਟੋਰਾਂ ਦੇ ਵਿੱਚ 4-4 5-5 ਬੰਦੇ ਲੱਗੇ ਹੋਏ ਨੇ, ਅਕਾਊਂਟਾਂ ਦੇ ਉੱਤੇ 5-5 7-7 ਬੰਦੇ ਲੱਗੇ ਹੋਏ ਨੇ, ਕਿਵੇਂ ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉੱਥੇ ਸੇਵਾ ਸੰਭਾਲ ਦਾ ਜ਼ਿੰਮੇਵਾਰੀ ਜਿਹੜੀ ਇਕੱਲੀ ਕਮਲਜੀਤ ਸਿੰਘ ਕੋਲ? ਨਹੀਂ, ਇਹਦੇ ਵਿੱਚ ਪੂਰਾ ਇੱਕ ਗਰੋਹ ਹੋ ਸਕਦਾ, ਜਿਹੜਾ ਮੇਰਾ ਮੰਨਣਾ। ਇਹਦੇ ਵਿੱਚ ਹੋਰ ਬੰਦੇ ਵੀ ਇਨਵੋਲਵ ਹੋ ਸਕਦੇ ਨੇ। ਦੂਸਰੀ ਗੱਲ, ਇਸ ਗੱਲ ਦੇ ਵਿੱਚ ਇਹ ਆਪੇ ਫਸਦੇ ਨੇ। ਮੰਨ ਲਓ ਕਿ ਕਮਲਜੀਤ ਸਿੰਘ ਜਿਹੜਾ ਹੈ ਉਹ ਇਹ ਕੁਝ ਕਰ ਗਿਆ ਤੇ ਤੁਸੀਂ ਉਹਨੂੰ ਰਿਟਾਇਰ ਕਰ ਦਿੱਤਾ, ਸਾਰਾ ਕੁਝ ਉਹਦਾ ਨਿਬੇੜ ਦਿੱਤਾ, ਤੇ ਤੁਹਾਨੂੰ ਹੁਣ ਸੁਰਤ ਆਈ ਹੈ ਕਿ ਜਦੋਂ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਉਹਨਾਂ ਨੇ ਜਿਹੜਾ ਸੰਸਥਾ ਹੈ ਉਹਨੇ ਮਾਮਲਾ ਚੱਕ ਲਿਆ, ਉਦੋਂ ਤੁਸੀਂ ਸਪਸ਼ਟੀਕਰਨ ਦਿੰਦੇ ਹੋ। ਤੇ ਜਦੋਂ ਕਮਲਜੀਤ ਸਿੰਘ ਨੇ ਕੰਮ ਕੀਤਾ ਤੇ ਤੁਸੀਂ ਉਦੋਂ ਕਿਉਂ ਨਾ ਦੱਸਿਆ ਕਿ ਇੱਕ ਬੰਦਾ 267 ਸਰੂਪ ਗਾਇਬ ਕਰ ਗਿਆ? ਇਹ ਕੋਈ ਕਿਤਾਬਾਂ ਨਹੀਂ ਸੀ। ਇਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਨ ਪਉ ਸ੍ਰੀ ਖਾਲਸਾ ਸੌਂਪਾ ਦੁਤੀ ਰੂਪ ਸਤਿਗੁਰੂ ਗੁਰੂ ਗ੍ਰੰਥਾ, ਇਹ ਦਸਮ ਪਾਤਸ਼ਾਹ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ, ਇਹ ਉਹਨਾਂ ਦਾ ਮਸਲਾ ਸੀ। ਤੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ, ਮੇਰਾ ਇੱਕ ਸਵਾਲ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਤਿੰਨੇ ਤਖਤਾਂ ਦੇ ਇਹਨਾਂ ਦੇ ਲਾਏ ਹੋਏ ਜਥੇਦਾਰ, ਇਹਨਾਂ ਦੇ ਨਾਲ 2-2 ਸਕਾਟ ਗੱਡੀਆਂ ਚੱਲਦੀਆਂ ਨੇ, 5-5 7-7 ਨਾਲ ਇਹਨਾਂ ਦੇ ਨਾਲ ਗਨਮੈਨ ਨੇ। ਤੇ ਮੈਨੂੰ ਇਹ ਭਰਾ ਜਿਹੜੇ ਮੇਰੇ ਵੀਰ ਕੱਲ ਪ੍ਰੈਸ ਕਾਨਫਰੰਸ ਕਰਦੇ ਸੀ
ਇਹ ਜਵਾਬ ਦੇਣ ਕੌਮ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਰਾ ਕੁਛ ਹੈ ਉਹ ਇੱਕ ਕਮਲਜੀਤ ਸਿੰਘ ਦੇ ਹਵਾਲੇ ਕੀਤਾ ਹੋਇਆ ਤੁਸੀਂ। ਉੱਥੇ ਤੁਹਾਡੀ ਕੋਈ ਸਿਕਿਉਰਿਟੀ ਨਹੀਂ, ਉੱਥੇ ਤੁਹਾਡੇ ਕੋਈ CCTV ਨਹੀਂ, ਉੱਥੇ ਤੁਹਾਡਾ ਕੋਈ ਰਿਕਾਰਡ ਨਹੀਂ। ਇਹ ਬਿਲਕੁਲ ਨਹੀਂ ਹੋ ਸਕਦਾ, ਇਹ ਬਿਲਕੁਲ ਨਾ ਮੰਨਣ ਜੋ ਗੱਲ ਹੈ। ਇਸ ਲਈ ਇਹ ਪਾਪ ਹੋਇਆ। ਹਾਂ, ਅਸੀਂ ਐਲੀਗੇਸ਼ਨ ਕਿਸੇ ਬੰਦੇ ਤੇ ਇਸ ਕਰਕੇ ਨਹੀਂ ਲਾ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ। ਇਹ ਪਤਾ ਲੱਗਣਾ ਚਾਹੀਦਾ ਕਿ ਇਹਦੇ ਵਿੱਚ ਕੌਣ ਲੋਕ ਭਾਗੀਦਾਰ ਨੇ, ਕਿਹਨਾਂ ਨੇ ਇਹ ਜਿਹੜਾ ਬੱਜਰ ਪਾਪ ਜਿਹੜਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਗਏ ਤਾਂ ਕਿੱਧਰ ਨੂੰ, ਇੱਕ ਪਿੰਡ ਵਿੱਚ ਸਰੂਪ ਦੇਣ ਦੀਆਂ ਵੀ ਇੰਨੀਆਂ ਕਾਰਵਾਈਆਂ ਹੁੰਦੀਆਂ ਨੇ। ਤੇ ਇਸ ਲਈ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਐਡਮਿਟ ਕਰ ਲਈ ਕਿ ਹਾਂਜੀ ਸਾਡੇ ਇਹ ਸਰੂਪ ਜਿਹੜੇ ਅਲੋਪ ਨੇ। ਚਲੋ ਇਹ ਹੁਣ ਆਉਣ ਵਾਲੇ ਇਹ ਕਾਨੂੰਨੀ ਪਹਿਲੂ, ਜਾਂਚ ਦੇ ਪਹਿਲੂ, ਕੀ ਹੁੰਦਾ ਕੀ ਨਹੀਂ ਹੁੰਦਾ, ਕਿਉਂਕਿ ਹੁਣ ਲੁਕਿਆ ਕੌਮ ਤੋਂ ਕੁਝ ਨਹੀਂ ਰਹਿ ਸਕਦਾ, ਹਰ ਚੀਜ਼ ਸਾਡੇ ਸਾਹਮਣੇ ਆਉਂਦੀ ਹੈ। ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਕਈ ਵਾਰੀ ਕੁਝ ਲੋਕ ਸਮਝਦੇ ਆ ਕਿ ਅਸੀਂ ਕੋਈ ਐਲੀਗੇਸ਼ਨ ਲਾਉਂਦੇ ਆ, ਪਰ ਨਹੀਂ। ਜੋ ਮਨ ਨੂੰ ਦੁੱਖ ਸੀ, ਜੋ ਗੱਲ ਕੀਤੀ, ਉਹ ਖੁਦ ਉਹਨਾਂ ਨੇ ਮੰਨ ਲਈ ਕਿ ਹਾਂ ਇਹ 267 ਸਰੂਪ ਜਿਹੜੇ ਨੇ ਉਹ ਗੈਪ ਨੇ। ਤੇ ਦੂਸਰਾ ਸਵਾਲ ਹੁਣ ਇਹ ਆ ਕਿ ਦੂਸਰਾ ਸੀ ਕਿ ਜਿਹੜਾ ਰਾਮਸਰ ਸਾਹਿਬ ਦੇ ਵਿੱਚ 18 ਤੇ 19 ਮਈ 2016 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਅਗਨ ਭੇਟ ਹੋ ਕੇ, ਜਿਹਦੇ ਵਿੱਚ ਸ਼ਿਕਾਇਤ ਦੇ ਵਿੱਚ 80 ਲਿਖੇ ਨੇ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ 80 ਨਹੀਂ ਜੀ 14 ਸੀ, 80 ਸਰੂਪ ਨਹੀਂ 14 ਸੀ। ਤੇ ਜਿਹਦੇ ਵਿੱਚ ਕੁਝ ਫਾਇਰ ਬ੍ਰਿਗੇਡ ਦੇ ਵਿਛਾੜਾਂ ਨਾਲ ਸਿੱਲੇ ਹੋ ਗਏ ਤੇ ਕੁਝ ਸਰੂਪ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋ ਗਏ। ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਉਹਦੇ ਵਿੱਚ ਕਿਹਾ ਜੀ ਕਿ ਇਹ ਸਾਡੇ ਤੇ ਰਾਜਨੀਤੀ ਕੀਤੀ ਜਾਂਦੀ ਹੈ, ਜਿਹੜੀਆਂ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਤੁਸੀਂ ਇੱਕ ਆਪਣਾ ਫਰਜ਼ ਅਦਾ ਕਰੋ। ਤੁਹਾਡੀ ਦਿੱਤੇ ਕਿ ਇਸ ਦੱਬ ਦਿਓ ਕਿਉਂਕਿ ਸਰਕਾਰੀ ਦੇ ਵਿੱਚ ਬੇਅਦਬੀ ਹੋ ਕੇ ਹਟੀ ਹੈ ਤੇ 2017 ਦੀ ਇਲੈਕਸ਼ਨ ਸਾਡੇ ਸਿਰ ਤੇ ਆ ਗਈ। ਦੂਸਰੀ ਗੱਲ, ਤੁਸੀਂ ਇੱਕ ਉਹਦੇ ਵਿੱਚ ਇਹ ਦਲੀਲ ਦਿੱਤੀ ਕਿ ਉਸ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇੱਥੇ ਮੌਜੂਦ ਸੀ। ਤੁਹਾਡਾ ਕਹਿਣ ਦਾ ਮਤਲਬ ਵੀ ਅਸੀਂ ਲੁਕੋਇਆ ਕੁਝ ਨਹੀਂ। ਤੇ ਗੁਰੂ ਪਿਆਰਿਓ, ਇਹ ਸਾਰੀ ਦੁਨੀਆ ਨੂੰ ਜਾਣਦੀ ਹੈ ਕਿ ਉਸ ਵਕਤ ਹੋਮ ਮਿਨਿਸਟਰ ਅਕਾਲੀ ਦਲ ਦਾ ਪ੍ਰਧਾਨ ਸੀ, ਜਿਹਦਾ ਹੁਕਮ ਤੁਹਾਨੂੰ ਆਇਆ ਕਿ ਇਹ ਗੱਲ ਜਿਹੜੀ ਹੈ ਇਹਨੂੰ ਅਲੋਪ ਕਰ ਦਿਓ, ਔਰ ਤੁਸੀਂ ਕੋਈ ਨੂੰ ਨਹੀਂ ਦੱਸੀ ਕਿੰਨੇ ਸਰੂਪ ਜਿਹੜੇ ਨੇ ਉਹ ਬੇਅਦਬੀ ਹੋਏ। ਤੋ ਇਹ ਸਾਰੀਆਂ ਗੱਲਾਂ ਮੈਂ ਤੁਹਾਤੋਂ ਮੰਗਦਾ ਕਿ ਇੱਕ ਤਾਂ ਜਿੱਥੇ ਅਖੰਡ ਪਾਠ ਸਾਹਿਬ ਕਰਾਇਆ ਤੇ ਕਦੋਂ ਕਰਾਇਆ, ਕਿਹੜੀ ਤਰੀਕ ਨੂੰ ਕਰਾਇਆ, ਉਹਦੀਆਂ ਪਰਚੀਆਂ ਜਿਹੜੇ ਤੁਸੀਂ ਆਪਣੀ IT ਸੈੱਲ ਦੇ ਥਰੂ ਫੇਸਬੁੱਕਾਂ ਤੇ ਜਿਹੜਾ, ਤਾਂ ਕਿ ਸਾਡੀ ਤਸੱਲੀ ਹੋ ਜਾਵੇ, ਸਿੱਖ ਕੌਮ ਦੀ ਤਸੱਲੀ ਹੋ ਜਾਵੇ। ਨੰਬਰ 2, ਉਹ ਖਬਰਾਂ ਜਿਹਦੇ ਵਿੱਚ 14 ਸਰੂਪਾਂ ਦੀ ਗੱਲ ਕੀਤੀ ਗਈ ਹੋਵੇ, ਮੈਨੂੰ ਇਹ ਲੱਗਦਾ ਕਿ ਅਸੀਂ ਤਾਂ ਸੁਣੀ ਨਹੀਂ। ਤੁਹਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇੱਕ ਸਦੀ ਪਹਿਲਾਂ ਕਿ ਸ਼੍ਰੋਮਣੀ ਕਮੇਟੀ ਇਹ ਬੇਈਮਾਨਾ ਕਰ ਰਹੀ ਹੈ। 267 ਸਰੂਪਾਂ ਦਾ ਅਲੋਪ ਹੋ ਜਾਣਾ, ਨਾ ਇੱਕ ਬੰਦੇ ਦੇ ਲਾਉਣਾ, ਆਪਣੇ ਆਪ ਦੇ ਵਿੱਚ ਇੱਕ ਵੱਡੀ ਜਾਂਚ ਦਾ ਤੇ ਵੱਡੇ ਸਵਾਲ ਪੈਦਾ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਐਡੀ ਵੱਡੀ ਪੱਧਰ ਤੇ ਬੇਅਦਬੀ ਹੋ ਜਾਣੀ। ਔਰ ਦੂਸਰੀ ਗੱਲ ਕਿ ਜਿਸ ਅੰਗੀਠਾ ਸਾਹਿਬ ਗੋਬਿੰਦਵਾਲ ਸਾਹਿਬ ਦੇ ਵਿੱਚ ਤੁਸੀਂ ਸੰਸਕਾਰ ਕੀਤਾ, ਉੱਥੇ ਦਾ ਰਿਕਾਰਡ ਵੀ ਕੌਮ ਨੂੰ ਦਿਖਾ ਦਿਓ, ਫੇਸਬੁੱਕਾਂ ਦੇ ਥਰੂ ਦਿਖਾ ਦਿਓ। ਮੈਂ ਤੁਹਾਤੋਂ ਜਵਾਬ ਨਹੀਂ ਮੰਗਦਾ, ਇਹ ਜਵਾਬ ਹਰ ਸਿੱਖ ਚਾਹੁੰਦਾ ਹੈ। ਇਸ ਲਈ ਤੁਹਾਡਾ ਫਰਜ਼ ਬਣਦਾ, ਕਿਉਂਕਿ ਤੁਹਾਨੂੰ ਸਿੱਖਾਂ ਨੇ ਵੋਟਾਂ ਪਾ ਕੇ ਮੈਂਬਰਾਂ ਨੂੰ ਪ੍ਰਬੰਧਕ ਬਣਾਇਆ ਤੇ ਜਿਹੜੇ ਮੁਲਾਜ਼ਮ ਨੇ ਉਹ ਦੀ ਸਗੋਲਕ ਦੇ ਉੱਤੇ ਬੈਠ ਕੇ ਆਪਣੇ ਬੱਚੇ ਪਾਲਦੇ ਨੇ। ਇਸ ਲਈ ਆਪਣੇ ਫਰਜ਼ ਅਦਾ ਕਰੋ, ਅਧਿਕਾਰੀ ਵੀ ਕਰਨ ਤੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਧਿਕਾਰੀ ਤੇ ਜਿਹੜੇ ਪ੍ਰਬੰਧਕ ਨੇ, ਇਹਨਾਂ ਨੂੰ ਇਹ ਜਿਹੜੀ ਅਸਲੀਅਤ ਹੈ ਇਹ ਕੌਮ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਔਰ ਮੈਂ ਹੁਣ ਇੱਕ ਸਵਾਲ ਤੁਹਾਨੂੰ ਅਖੀਰ ਦੇ ਵਿੱਚ ਹੋਰ ਕਰਨਾ ਕਿ ਪਿਛਲੇ 2 ਦਿਨਾਂ ਤੋਂ ਇੱਕ ਬੜੀਆਂ ਸ਼ਰਮਨਾਕ ਖਬਰਾਂ ਜਿਹੜੀਆਂ ਨੇ ਉਹ ਛਪ ਰਹੀਆਂ ਨੇ। ਪਹਿਲੀ ਖਬਰ ਛਪੀ ਕਿ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ 8 ਲੱਖ ਗਿਆ, ਤਾਂ ਤੁਸੀਂ ਨੋਟਿਸ ਦਿੰਦੇ ਉਸ ਅਖਬਾਰ ਨੂੰ, ਤੁਸੀਂ ਗੱਲ ਕਰਦੇ, ਤੁਸੀਂ ਆਪਣਾ ਬਿਆਨ ਦਿੰਦੇ ਕਿ ਇਹ ਨਿਰਾਧਾਰ ਖਬਰ ਹੈ, ਪਰ ਤੁਹਾਡੀ ਚੁੱਪ ਜਿਹੜੀ ਹੈ ਉਹ ਇਹ ਦੱਸ ਰਹੀ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੈ। ਹਜੇ ਉਹ ਮਾਮਲਾ ਠੰਮਿਆ ਨਹੀਂ ਸੀ। ਤੇ ਦੂਸਰਾ ਮਾਮਲਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਤਖਤ ਸਾਹਿਬ ਤੋਂ ਆ ਰਿਹਾ ਹੈ ਕਿ ਉੱਥੇ ਸਬਜ਼ੀਆਂ ਦਾ ਘਪਲਾ ਹੋ ਗਿਆ ਲੱਖਾਂ ਰੁਪਈਆ ਦਾ, ਕਿ ਲੋਕਡਾਊਨ ਦੇ ਦਿਨਾਂ ਦੇ ਵਿੱਚ, ਕਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਉੱਥੇ ਸੰਤਰਿਆਂ ਦੇ ਫਲਾਂ ਦੇ ਬਿੱਲ ਪਾਏ ਗਏ। ਤੇ ਕੀ ਇਹ ਅਸੀਂ ਇਹ ਤੋਂ ਅੰਦਾਜ਼ਾ ਲਾਈਏ ਕਿ ਸ਼੍ਰੋਮਣੀ ਕਮੇਟੀ ਕੌਮ ਨੂੰ ਦੱਸਣਾ ਚਾਹੁੰਦੀ ਹੈ? ਦੇਖੋ, ਅੱਗੇ ਪਿੱਛੇ ਸਵਾਲ ਉੱਠਦੇ ਸੀ, ਪਹਿਲਾਂ ਵੀ ਉੱਠਦੇ ਸੀ, ਬਾਅਦ ਦੇ ਵਿੱਚ ਉੱਠਦੇ ਸੀ, ਸ਼੍ਰੋਮਣੀ ਕਮੇਟੀ ਆਹ ਨਹੀਂ ਕਰਦੀ, ਉਹ ਨਹੀਂ ਕਰਦੀ। ਪਰ ਮੈਨੂੰ ਇਹ ਲੱਗਦਾ ਕਿ ਜਿਹੋ ਜਿਹੇ ਇਹ ਹਾਲਾਤ ਨੇ, ਜਿਹੜੇ ਪੁਲਿਸ ਵਾਲਿਆਂ ਨੂੰ ਆਮ ਪ੍ਰਸਿੱਧ ਹੈ ਕਿ ਲੋਕਾਂ ਤੋਂ ਪੈਸੇ ਲੈ ਲੈਂਦੇ ਨੇ, ਆਮ ਚਰਚਾ ਹੋ ਜਾਂਦੀ ਹੈ,
उस महकमे के सिपाहियां ने अफसरां ने अपनी जेब चों पैसे कढ़ के लोगों के मूहां दे विच राशन पाया। छोटे तो छोटे मुलाजमां ने सेवा की। श्रोमणी कमेटी के कई मैं मुलाजम देखे, उन्होंने ग्रंथी ਸਿੰਘਾਂ ਨੂੰ ਜਿਹੜਾ ਉਹਨਾਂ ਦੀ सेवा की। पर कम से कम यारो ਇਹੋ ਜਿਹੇ ਭਿਆਨਕ ਬਿਮਾਰੀ ਦੇ ਵਿੱਚ उम्मीद नहीं सी की जा सकती। सानू ये लगता सी कि शायद तुसी गुरु नानक दी गोलक नूं बख्श दिओगे इस करोना महामारी दे विच, ते साडे लई कोई शब्द नहीं। असीं भी उस हाउस दे मैंबर हाँ, ते मैं अखीर दे विच खालसा जी यही गल कहनी चाहुंदा कि साडा दिल तां नहीं करदा, पर देखो किहो जे ये सितम जराफी है समय दी कि कदे असीं गुरु ग्रंथ साहिब दी अजमत ਜਾਂ ਆਪਣੇ ਪ੍ਰਬੰਧ ਦੇ ਵਿੱਚ ਕਿਸੇ ਦੇ ਬਾਹਰੀ ਤਾਕਤ ਦੀ ਦਖਲ ਅੰਦਾਜ਼ੀ ਤੋਂ ਸੁਚੇਤ ਹੋ ਕੇ ਉਹਨਾਂ ਦੀਆਂ ਗੱਲਾਂ ਕਰਦੇ ਤੇ ਸਾਨੂੰ ਚੰਗਾ ਵੀ ਲੱਗਦਾ, ਠੋਕ ਕੇ ਵੀ ਕਰਦੇ। ਪਰ ਕਿੱਡੀ ਅਫਸੋਸਨਾਕ ਗੱਲ ਆ ਕਿ ਅਸੀਂ ਗੱਲਾਂ ਵੀ ਉਹਨਾਂ ਦੀਆਂ ਕਰਦੇ ਹਾਂ ਤੇ ਜਿਹੜੇ ਸਾਡੇ ਵਰਗੇ ਨੇ, ਜਿਹੜੇ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ, ਜਿਨ੍ਹਾਂ ਦੇ ਬਾਣੇ, ਜਿਨ੍ਹਾਂ ਦੇ ਸਰੂਪ ਸਿੱਖਾਂ ਵਾਲੇ ਨੇ, ਚਾਹੇ ਉਹ ਜੋ ਵੀ ਲੋਕ ਜਿਹੜਾ ਇਹ ਕੁਛ ਕਰ ਰਹੇ ਨੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ। ਜਦੋਂ ਇਹ ਮੈਸੇਜ ਹੋਰ ਪਾਸੇ ਕਨਵੇ ਹੁੰਦਾ, ਜਦੋਂ ਇਹ ਅਖਬਾਰਾਂ ਦੇ ਵਿੱਚ ਹੋਰ ਲੋਕ ਪੜ੍ਹਦੇ ਨੇ कि इस तरह गुरु घर के लंगरां नूं इस तरह हड़प जाते हैं ये जिहड़े अधिकारी ने, तो मैं समझदा कि फिर कोई निग्गर नूं थां नहीं रहिंदा। वो किहड़ा खूह होवे जिथे जाके जिहड़ा कोई सानूं कोई जगह मिले जिथे मूँह लुको लईए अपना। सो इसलिए मैं एको गल कहना कि गुरु ग्रंथ साहिब के मामले ते राजनीति ना करो। तुसीं कहंदे लोकां नूं पर राजनीति तुसीं कर रहे हो। गुरु ग्रंथ साहिब के मामले के उत्ते पाप तो डरो। अनकाए रातड़िया वाट दुहेली राम, पाप कमामदिया तेरा कोई ना बेली राम, तेरा बेली किसी ने नहीं बनना। इसलिए इस पाप ते पर्दे ना पाओ, क्योंकि ये गुरु ग्रंथ साहिब सच्चे पातशाह जे तू मीर मही पत साहिब, कुदरत कौन हमारी, चारे कुंट सलाम करेंगे, घर घर सिफत तुम्हारी। गुरु ग्रंथ साहिब वो ताकत है। गुरु ग्रंथ साहिब 10 गुरुआं दा स्वरूप है। इसलिए गुरु ग्रंथ साहिब के मामले के उत्ते ਇਹੋ ਜਿਹੇ ਝੂਠ ਦੇ ਪਰਦੇ ਨਹੀਂ ਪਾਉਣੇ ਚਾਹੀਦੇ। ਜਿਹੜੀ ਅਸਲੀਅਤ ਹੈ, ਜਿਹੜੇ ਲੋਕ ਸ਼ਾਮਲ ਨੇ ਉਹਨਾਂ ਨੂੰ ਨੰਗੇ ਕਰੋ ਕੌਮ ਦੇ ਸਾਹਮਣੇ, ਤੇ ਉਹਨਾਂ ਨੂੰ ਸਜ਼ਾ ਮਿਲੇ ਤੇ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਤਰ੍ਹਾਂ ਜਿਹੜੀ ਹੈ ਇਹ ਚੀਜ਼ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਵੀ ਵਪਾਰ ਹੋ ਗਿਆ ਜਾਂ ਕੀ ਹੋ ਗਿਆ ਰੱਬ ਜਾਣੇ, ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ। ਪਰ ਇਹ ਗੱਲ ਤੁਸੀਂ ਮੰਨ ਚੁੱਕੇ ਹੋ ਕਿ 267 ਸਰੂਪ ਜਿਹੜਾ ਹੈ ਉਹ ਗਾਇਬ ਹੋ ਚੁੱਕਿਆ। ਸੋ ਇਹੀ ਮੈਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਖਿਮਾ ਮੈਂ ਚਾਹੁੰਦਾ ਕਿ ਪਹਿਲੀ ਜਿਹੜਾ ਉਹ ਕੁਝ ਟੈਕਨੀਕਲ ਪ੍ਰੋਬਲਮ ਦੇ ਕਾਰਨ ਜਿਹੜਾ ਦੁਬਾਰੇ ਇਹ ਗੱਲਾਂ ਮੈਨੂੰ ਤੁਹਾਡੇ ਨਾਲ ਸਾਂਝੀਆਂ ਕਰਨੇ ਪਈਆਂ, ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।